ਹੈਲੋ ਸਟੂਡੈਂਟਸ। ਹਾਂਜੀ ਰਾਜੀ, ਅੱਜ ਦਾ ਆਪਣਾ ਜੋ ਟੌਪਿਕ ਹੈਗਾ ਉਹ DVMS ਆਰਕੀਟੈਕਚਰ ਆ। ਆਰਕੀਟੈਕਚਰ ਦੀ ਮਤਲਬ ਪੰਜਾਬੀ ਦੇ ਵਿੱਚ ਮੀਨਿੰਗ ਹੁੰਦਾ ਕਿ ਬਣਤਰ। ਕਹਿਣ ਦਾ ਭਾਵ ਜੋ DVMS ਸੋਫਟਵੇਅਰ ਤੁਸੀਂ ਯੂਜ਼ ਕਰੋਗੇ ਡਾਟਾਬੇਸ ਨੂੰ ਮੈਨੇਜ ਕਰਨ ਦੇ ਲਈ ਉਹਦੀ ਕਿਹੋ ਜਿਹੀ ਬਣਤਰ ਹੋ ਸਕਦੀ ਆ, ਉਹਦੇ ਵਿੱਚ ਕਰਾਂਗੇ ਆਪਾਂ। DVMS ਆਰਕੀਟੈਕਚਰ ਇਜ਼ ਏ ਫਰੇਮਵਰਕ ਵੇਅਰ ਦਾ ਸਟਰਕਚਰ ਆਫ DVMS ਇਜ਼ ਡਿਸਕ੍ਰਾਈਬਡ। ਆਰਕੀਟੈਕਚਰ ਇੱਕ ਤਰ੍ਹਾਂ ਦਾ ਫਰੇਮਵਰਕ ਹੈ ਜਿਹਦੇ ਵਿੱਚ DVMS ਦਾ ਸਟਰਕਚਰ ਡਿਸਕ੍ਰਾਈਬ ਕੀਤਾ ਜਾਂਦਾ, ਬਣਤਰ ਉਹਦੀ ਡਿਸਕ੍ਰਾਈਬ ਕੀਤੀ ਜਾਂਦੀ ਆ। ਜਿਹੜਾ ਮੇਨ ਏਮ ਹੁੰਦਾ ਡਿਜ਼ਾਈਨ ਕਰਨ ਦਾ DVMS ਆਰਕੀਟੈਕਚਰ ਦਾ, ਉਹ ਇਹ ਹੁੰਦਾ ਕਿ ਜੋ ਡਾਟਾ ਗਾ ਉਹਦੇ ਇੱਕ ਐਬਸਟਰੈਕਟ ਵਿਊ ਹੀ ਪ੍ਰੋਵਾਈਡ ਕੀਤਾ ਜਾਵੇ ਐਂਡ ਯੂਜ਼ਰ ਨੂੰ। ਐਬਸਟਰੈਕਟ ਵਿਊ ਮਤਲਬ ਕਿ ਮੇਨ ਉਹ ਹੁੰਦਾ ਵਿਊ ਕਿ ਬਸ ਇਕੱਲਾ ਮੇਨ ਵਿਊ ਹੀ ਉਹ ਜਾਣਨ and hide implementation detail from a large number of end users of an organizations that share resources। ਤੇ ਜਿਹੜੀ ਮਤਲਬ ਕਿ ਹਾਈਡ ਕਰਨਾ ਮਤਲਬ ਕਿ ਲੁਕਾਉਣਾ ਕਿਹੜੀ ਇਨਫੋਰਮੇਸ਼ਨ ਨੂੰ, ਜਿਹੜੀ ਕਿ ਜਿਵੇਂ ਹੁਣ ਫੋਰ ਐਗਜ਼ਾਮਪਲ ਬਹੁਤ ਵੱਡੀ ਆਰਗੇਨਾਈਜੇਸ਼ਨ ਆ, ਉਹਦੀ ਜਿਹੜੀ ਇੰਟਰਨਲੀ ਜੋ ਇਨਫੋਰਮੇਸ਼ਨ ਆ ਉਹਨੂੰ ਹਾਈਡ ਕਰਕੇ ਸਿਰਫ ਇੱਕ ਐਬਸਟਰੈਕਟ ਵਿਊ ਹੀ ਪੇਸ਼ ਕੀਤਾ ਜਾਵੇ ਐਂਡ ਯੂਜ਼ਰਸ ਨੂੰ। ਉਹਨਾਂ ਨੂੰ ਮਤਲਬ ਕਿ ਐਂਡ ਯੂਜ਼ਰ ਨੂੰ ਉਹਨਾਂ ਜਿਹੜੀਆਂ ਅੰਦਰਲੀਆਂ ਡਿਟੇਲਸ ਆ ਉਹਨਾਂ ਤੋਂ ਕੀ ਕੀਤਾ ਜਾਵੇ, ਮਤਲਬ ਕਿ ਅਵੋਇਡ ਕੀਤਾ ਜਾਣ ਉਹ ਜਿਹੜੀਆਂ ਹੁੰਦੀਆਂ ਨੇ ਇੰਟਰਨਲ ਇਨਫੋਰਮੇਸ਼ਨਸ। ਤਾਂ ਡਿਜ਼ਾਈਨਿੰਗ ਦਾ ਇਹੀ ਮਤਲਬ, ਆਰਕੀਟੈਕਚਰ ਦਾ ਇਹੀ ਮਤਲਬ ਮੇਨ ਏਮ ਹੁੰਦਾ ਕਿ ਮੇਨ ਵਿਊ ਹੀ ਐਂਡ ਯੂਜ਼ਰਸ ਨੂੰ ਦੱਸੇ ਜਾਣ। ਜਿਹੜੇ ਮਤਲਬ ਕਿ ਹਾਈਡ ਕਰਨੀ ਹੁੰਦੀ ਹੈ ਇੰਟਰਨਲ ਇਨਫੋਰਮੇਸ਼ਨ, ਉਹ ਹਾਈਡ ਕਰਕੇ ਰੱਖਣੀ ਚਾਹੀਦੀ ਹੈ ਐਂਡ ਯੂਜ਼ਰ ਤੋਂ। ਡਿਜ਼ਾਈਨਿੰਗ ਏ DVMS ਆਰਕੀਟੈਕਚਰ ਹੈਲਪ ਇਨ ਮੇਕਿੰਗ ਐਫੀਸ਼ੀਐਂਟ ਡਿਸੀਜ਼ਨ। ਜਿਹੜੇ ਆਪਾਂ ਆਰਕੀਟੈਕਚਰ ਡਿਜ਼ਾਈਨ ਕਰਦੇ ਹਾਂ ਉਹਦਾ ਕੀ ਬੈਨੀਫਿਟ ਕੀ ਆ ਕਿ ਅਸੀਂ ਐਫੀਸ਼ੀਐਂਟ ਡਿਸੀਜ਼ਨ ਉਹਦੇ ਬੇਸ ਦੇ ਉੱਪਰ ਲੈ ਸਕਦੇ ਹਾਂ। ਸੈਵਰਲ ਡਿਫਰੈਂਟ ਫਰੇਮਵਰਕ ਹੈਵ ਬੀਨ ਸੁਜੈਸਟਡ ਫॉर DVMS ਓਵਰ ਦਾ ਲਾਸਟ ਸੈਵਰਲ ਈਅਰ। ਬਹੁਤ ਸਾਰੇ ਹੈਗੇ ਨੇ ਫਰੇਮਵਰਕ ਜਿਹੜੇ ਕਿ ਮਤਲਬ ਸੁਜੈਸਟ ਕੀਤੇ ਗਏ ਸੀ DVMS ਦਾ ਆਰਕੀਟੈਕਚਰ ਡਿਜ਼ਾਈਨ ਕਰਨ ਦੇ ਲਈ। ਬਟ ਜਿਹੜੇ ਸਭ ਤੋਂ ਮੇਨ ਬੈਸਟ ਜੋ ਆਰਕੀਟੈਕਚਰ ਫਰੇਮਵਰਕ ਯੂਜ਼ ਕੀਤਾ ਜਾਂਦਾ ਉਹ ਹੈਗਾ 3 ਲੈਵਲ ਆਰਕੀਟੈਕਚਰ। 3 ਲੈਵਲ ਆਰਕੀਟੈਕਚਰ ਸੁਜੈਸਟ ਬਾਈ NC and SPARC। ਠੀਕ ਹੈ, ਮਤਲਬ ਕਿ ਜਿਹੜਾ ਮੋਸਟਲੀ ਯੂਜ਼ ਹੋਣ ਵਾਲਾ ਗਾ ਉਹ ਇੱਕ ਹੀ ਆ, ਉਹ ਹੈਗਾ 3 ਲੈਵਲ ਆਰਕੀਟੈਕਚਰ। 3 ਲੈਵਲ ਆਰਕੀਟੈਕਚਰ ਦੇ ਵਿੱਚ ਕੀ ਹੁੰਦਾ, ਇਹਦੇ 3 ਵਿਊ ਦਿੱਤੇ ਜਾਂਦੇ ਆ DVMS ਆਰਕੀਟੈਕਚਰ ਦੇ। ਇੱਕ ਤਾਂ ਹੁੰਦਾ ਐਕਸਟਰਨਲ ਵਿਊ, ਇੱਕ ਹੁੰਦਾ ਕੰਸੈਪਚੁਅਲ ਵਿਊ, ਇੱਕ ਹੁੰਦਾ ਇੰਟਰਨਲ ਲੈਵਲ ਜਾਂ ਫਿਜ਼ੀਕਲ ਵਿਊ ਵੀ ਆਪਾਂ ਨੂੰ ਬੋਲ ਦਿੰਦੇ ਹਾਂ। ਐਕਸਟਰਨਲ ਵਿਊ ਨੂੰ ਇੰਡੀਵਿਜੂਅਲ ਯੂਜ਼ਰ ਵਿਊ ਬੋਲਦੇ ਹਾਂ, ਕੰਸੈਪਚੁਅਲ ਨੂੰ ਗਲੋਬਲ ਔਰ ਕਮਿਊਨਿਟੀ ਯੂਜ਼ਰ ਵਿਊ ਬੋਲਦੇ ਹਾਂ, ਐਂਡ ਇੰਟਰਨਲ ਲੈਵਲ ਨੂੰ ਫਿਜ਼ੀਕਲ ਔਰ ਸਟੋਰੇਜ ਵਿਊ ਵੀ ਬੋਲ ਦਿੱਤਾ ਜਾਂਦਾ। ਵਿਊ ਐਟ ਈਚ ਆਫ ਦੀਜ਼ ਲੈਵਲ ਇਜ਼ ਡਿਸਕ੍ਰਾਈਬਡ ਬਾਈ ਏ ਸਕੀਮਾ। ਜਿੰਨੇ ਵੀ ਵਿਊ ਨੇ ਇਸ ਲੈਵਲ ਦੇ ਉਹਨਾਂ ਨੂੰ ਇੱਕ ਜਦੋਂ ਡਿਸਕ੍ਰਾਈਬ ਕੀਤਾ ਜਾਂਦਾ ਕਿਸੇ ਸਕੀਮਾ ਦੁਆਰਾ ਡਿਸਕ੍ਰਾਈਬ ਕੀਤਾ ਜਾਂਦਾ, ਵਿਚ ਇਜ਼ ਬੇਸਿਕਲੀ ਏ ਪਲਾਨ ਡੈਟ ਡਿਸਕ੍ਰਾਈਬ ਦ ਰਿਕਾਰਡ ਐਂਡ ਰਿਲੇਸ਼ਨਸ਼ਿਪ ਐਗਜ਼ਿਸਟ ਇਨ ਏ ਵਿਊ। ਸਕੀਮਾ ਕੀ, ਸਕੀਮਾ ਕੁਛ ਨਹੀਂ, ਸਕੀਮਾ ਇੱਕ ਪਲਾਨ ਆ ਜਿਹਦਾ ਕੰਮ ਕੀ ਆ ਕਿ ਜਿਹੜੇ ਮਤਲਬ ਵਿਊ ਨੇ, ਚਾਹੇ ਉਹ ਐਕਸਟਰਨਲ ਵਿਊ ਆ, ਕੰਸੈਪਚੁਅਲ ਵਿਊ ਆ ਨਾ ਡਾਟਾਬੇਸ ਦਾ, ਉਹਨਾਂ ਦੇ ਵਿੱਚ ਜਿਹੜੇ ਰਿਕਾਰਡਸ ਨੇ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਅਤੇ ਰਿਕਾਰਡਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ ਉਹ ਦੱਸਣਾ ਹੁੰਦਾ ਗਾ। ਵਨ ਸ਼ੁੱਡ ਨੈਕਸਟ ਹੈਗਾ ਦ ਵਰਡ ਸਕੀਮਾ ਇੰਟਰਚੇਂਜੇਬਲੀ ਯੂਜ਼ਡ ਵਿਦ ਦਾ ਵਰਡ ਸਕੀਮਾ, ਪਲੂਰਲ ਆਫ ਸਕੀਮਾ। ਸਕੀਮਾ ਨੂੰ ਅਸੀਂ ਸਕੀਮਾ ਨਾਲ ਵੀ ਮਤਲਬ ਕਿ ਉਹ ਕਰ ਸਕਦੇ ਹਾਂ ਵਰਡ ਨਾਲ। ਦਾ ਸਬਸੈਟ ਆਫ ਸਕੀਮਾ ਇਜ਼ ਕਾਲਡ ਦਾ ਸਬ ਸਕੀਮਾ। ਜਿਹੜਾ ਕਿ ਸਕੀਮਾ ਦਾ ਸਬਸੈਟ ਹੁੰਦਾ ਮਤਲਬ ਛੋਟਾ ਪਾਰਟ ਹੁੰਦਾ, ਉਹਨੂੰ ਅਸੀਂ ਸਬ ਸਕੀਮਾ ਵੀ ਕਹਿ ਦਿੰਦੇ ਹਾਂ। ਇਟ ਇਨਹੈਰਿਟਸ ਦਾ ਸੇਮ ਪ੍ਰੋਪਰਟੀ ਐਜ਼ ਆਫ ਸਕੀਮਾ ਵਰਗੀਆਂ ਹੀ ਪ੍ਰੋਪਰਟੀਜ਼ ਹੁੰਦੀਆਂ ਨੇ। ਐਗਜ਼ਾਮਪਲ ਦੇਖਦੇ ਹਾਂ ਆਪਾਂ। ਕੰਸੀਡਰ ਐਨ ਐਗਜ਼ਾਮਪਲ ਆਫ ਸਟੂਡੈਂਟ ਡਾਟਾਬੇਸ ਦਾ ਇੱਕ ਐਗਜ਼ਾਮਪਲ ਆ ਜਿਹਦੇ ਵਿੱਚ ਸਟੂਡੈਂਟ ਡਿਟੇਲ ਟੇਬਲ ਬਣਿਆ ਹੈਗਾ ਵਿਦ ਫੀਲਡ ਕੀ ਹੈ, ਚ ਰੋਲ ਨੰਬਰ ਆ, ਨੇਮ ਆ, ਕਲਾਸ ਆ, ਸਬਜੈਕਟ ਐਂਡ ਮਾਰਕਸ ਆ। ਦਾ ਸਕੀਮਾ ਐਂਡ ਦਾ ਕੋਰਸਪੋਂਡਿੰਗ ਸਬ ਸਕੀਮਾ ਵਿਲ ਬੀ ਰਿਪਰਜੈਂਟਡ ਐਜ਼ ਫੋਲੋ। ਇਹ 'ਚ ਸਕੀਮਾ ਕਿਹੜੇ ਨੇ ਅਤੇ ਸਬ ਸਕੀਮਾ ਕਿਹੜੇ ਨੇ ਆਪਾਂ ਇਹ ਟੇਬਲ 'ਚ ਦੇਖਦੇ ਹਾਂ। ਦੇਖੋ ਜਿੰਨੇ ਦਾ ਜਿਵੇਂ ਕਿ ਹੁਣ ਸਟੂਡੈਂਟ ਦਾ ਰੋਲ ਨੰਬਰ, ਨੇਮ ਅਤੇ ਕਲਾਸ ਨੇਮ ਆ, ਠੀਕ ਆ। ਇਹ ਜਿਵੇਂ ਸਟੂਡੈਂਟ ਜਰਨਲ ਡਿਟੇਲ ਦੇ ਵਿੱਚ ਇੱਕ ਸਟੂਡੈਂਟ ਮਾਰਕਸ ਹੈ, ਕਿ ਸਟੂਡੈਂਟ ਜਰਨਲ ਡਿਟੇਲ ਆ। ਜਿਹੜੇ ਦਾ ਰੋਲ ਨੰਬਰ, ਨੇਮ ਅਤੇ ਕਲਾਸ ਤਿੰਨਾਂ ਨਾਲ ਬਣਦਾ ਇੱਕ ਛੋਟਾ ਜਿਹਾ ਸਬ ਸਕੀਮਾ ਬਣ ਜਾਂਦਾ। ਮਤਲਬ ਕਿ ਜੇ ਉਹ ਆਪਾਂ ਟੇਬਲ ਬਣਾਈਏ, ਜੇ ਸਟੂਡੈਂਟ ਮਾਰਕਸ ਦਾ ਇੱਕ ਤੋਂ ਅਲੱਗ ਤੋਂ ਟੇਬਲ ਬਣਾਉਂਦੇ ਜਿਹਦੇ ਵਿੱਚ ਰੋਲ ਨੰਬਰ, ਸਬਜੈਕਟ ਅਤੇ ਮਾਰਕਸ ਹੋਊਗਾ, ਉਹ ਵੀ ਇੱਕ ਸਬ ਸਕੀਮਾ। ਬਟ ਦੋਨਾਂ ਨੂੰ ਜੋੜ ਕੇ ਮਤਲਬ ਇਹਦੇ ਵਿੱਚ ਜਿੰਨੇ ਫੀਲਡ ਹੈਗੇ ਆ ਸਟੂਡੈਂਟ ਜਰਨਲ ਡਿਟੇਲ ਦੇ, ਜਿੰਨੇ ਫੀਲਡ ਹੈਗੇ ਆ ਸਟੂਡੈਂਟ ਮਾਰਕਸ, ਸਾਰਿਆਂ ਨੂੰ ਜੋੜ ਕੇ ਅਸੀਂ ਬਣਾਉਂਦੇ ਹਾਂ ਤਾਂ ਉਹ ਕੀ ਬਣ ਜਾਂਦਾ, ਸਕੀਮਾ ਬਣ ਜਾਂਦਾ। ਜਿਵੇਂ ਸਟੂਡੈਂਟ ਡਿਟੇਲ ਬਣਦੀ ਹੈ ਕਿਤੋਂ ਬਣੂਗੀ, ਰੋਲ ਨੰਬਰ ਦੋਨਾਂ 'ਚ ਕਾਮਨਾਈਜ਼ ਕਰਕੇ ਇੱਕ ਹੀ ਰੱਖਿਆ ਹੈਗਾ, ਨੇਮ, ਕਲਾਸ, ਸਬਜੈਕਟ ਅਤੇ ਮਾਰਕਸ ਜਿੰਨੇ ਵੀ ਫੀਲਡ ਅਸੀਂ ਕੰਬਾਈਨ ਕਰਕੇ ਬਣਾਇਆ ਤਾਂ ਉਹ ਕੀ ਬਣ ਗਿਆ, ਇੱਕ ਸਕੀਮਾ। ਤਾਂ ਸਬ ਸਕੀਮਾ ਜਿਹੜਾ ਹੁੰਦਾ ਸਕੀਮਾ ਦਾ ਛੋਟਾ ਪਾਰਟ ਹੁੰਦਾ। ਸਬ ਸਕੀਮਾ ਨੂੰ ਮਿਲਾ ਕੇ ਹੀ ਅਸੀਂ ਸਕੀਮਾ ਬਣਾ ਸਕਦੇ ਹਾਂ ਅਤੇ ਸਕੀਮਾ ਨੂੰ ਹੀ ਅਸੀਂ ਸਬ ਸਕੀਮਾ ਦੇ ਵਿੱਚ ਕੀ ਕਰ ਸਕਦੇ ਹਾਂ, ਡਰਾਈਵ ਵੀ ਕਰ ਸਕਦੇ ਹਾਂ।
The three-level database architecture allow a clear separation of conceptual view from external data representation and from the physical data structure layout. ਜਿਹੜੇ ਤਿੰਨ ਲੈਵਲ ਆਰਕੀਟੈਕਚਰ ਲੈਵਲ ਆ ਉਹ ਕੀ ਕਰਦਾ ਇੱਕ ਕੰਸੈਪਚੁਅਲ ਵਿਊ ਦੇ ਵਿੱਚ ਕੰਸੈਪਚੁਅਲ ਵਿਊ ਨੂੰ ਐਕਸਟਰਨਲ ਡਾਟਾ ਰਿਪਰੈਜ਼ੈਂਟੇਸ਼ਨ ਨਾਲੋਂ ਬਿਲਕੁਲ ਸੈਪਰੇਟ ਦਿਖਾਉਂਦਾ ਗਾ ਅਤੇ ਫਿਜ਼ੀਕਲ ਡਾਟਾ ਸਟਰਕਚਰ ਨਾਲੋਂ ਵੀ ਡਿਫਰੈਂਟ ਦਿਖਾਉਂਦਾ ਗਾ ਇਹ ਡਾਟਾਬੇਸ ਸਿਸਟਮ ਡੈਟ ਇਜ਼ ਏਬਲ ਟੂ ਸੈਪਰੇਟ ਦਾ ਥ੍ਰੀ ਵਿਊ ਆਫ ਡਾਟਾ ਇਜ਼ ਲਾਈਕਲੀ ਟੂ ਬੀ ਫਲੈਕਸੀਬਲ। ਜਿਹੜੇ ਡਾਟਾਬੇਸ ਦੇ ਵਿੱਚ ਤਿੰਨੋਂ ਵਿਊਜ਼ ਨੂੰ ਡਿਫਰੈਂਟ ਸੈਪਰੇਟ ਕਰਕੇ ਦਿਖਾਇਆ ਜਾਂਦਾ ਉਹ ਜ਼ਿਆਦਾ ਫਲੈਕਸੀਬਲ ਹੁੰਦਾ ਐਂਡ ਅਡੈਪਟੇਬਲ ਹੁੰਦਾ, ਉਹਦੇ ਵਿੱਚ ਨਵੀਆਂ ਚੀਜ਼ਾਂ ਐਡ ਕਰਨੀਆਂ ਵੀ ਸੌਖੀਆਂ ਨੇ। ਦਿਸ ਫਲੈਕਸੀਬਿਲਿਟੀ ਐਂਡ ਅਡੈਪਟੇਬਿਲਿਟੀ ਇਜ਼ ਡਾਟਾ ਇੰਡੀਪੈਂਡੈਂਸ ਵਿਚ ਵਿਲ ਬੀ ਡਿਸਕਸਡ ਲੇਟਰ। ਤਿੰਨ ਵਿਊ ਆ ਜੀ ਦੇਖੋ, ਪਹਿਲਾਂ ਐਕਸਟਰਨਲ ਵਿਊ ਹੁੰਦਾ, ਐਕਸਟਰਨਲ ਵਿਊ ਦੇ ਵਿੱਚ ਯੂਜ਼ਰਸ ਹੁੰਦੇ ਆ ਕਿ ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਵਿਊ ਕਿਵੇਂ ਹੁੰਦਾ ਡਾਟਾਬੇਸ ਦਾ। ਦੂਸਰੇ ਨੰਬਰ 'ਤੇ ਹੁੰਦਾ ਕੰਸੈਪਚੁਅਲ ਵਿਊ ਵਿੱਚ ਕਮਿਊਨਿਟੀ ਯੂਜ਼ਰ ਵਿਊ ਆ ਜਾਂਦਾ। ਤੀਸਰੇ ਨੰਬਰ 'ਤੇ ਹੁੰਦਾ ਇੰਟਰਨਲ ਵਿਊ ਜਿਹਦੇ ਵਿੱਚ ਸਟੋਰੇਜ ਵਿਊ ਹੁੰਦਾ ਕਿ ਡਾਟਾਬੇਸ ਦੀ ਸਟੋਰੇਜ ਕਿਵੇਂ ਹੋਈ ਆ। ਅਗਲਾ ਹੈਗਾ ਫਿਜ਼ੀਕਲ ਵਿਊ, ਫਿਜ਼ੀਕਲੀ ਬੇਸ ਦੇ ਉੱਪਰ ਕਿਸ ਤਰੀਕੇ ਨਾਲ ਉਹ ਸ਼ੋ ਹੁੰਦਾ ਉਹ ਚੀਜ਼ ਆ ਜਾਂਦੀ ਆ। ਨੈਕਸਟ ਹੈਗਾ ਮਤਲਬ ਕਿ ਇਹ ਥ੍ਰੀ ਲੈਵਲ ਆਰਕੀਟੈਕਚਰ ਇੱਕ ਤਾਂ ਗ੍ਰਾਫਿਕਲੀ ਰਿਪਰੈਜ਼ੈਂਟੇਸ਼ਨ ਹੈ, ਇੱਕ ਡਿਟੇਲ ਡਾਇਗਰਾਮ ਬਣਾਈ ਹੈ ਆਪਾਂ ਨੇ। ਜਿਹੜੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆ ਇਹੀ ਤੁਸੀਂ ਬਣਾਉਣੀ ਆ। ਇਹਦੀ ਕੀ ਪਹਿਲੇ ਨੰਬਰ 'ਤੇ ਐਕਸਟਰਨਲ ਵੀ ਹੁੰਦਾ, ਦੂਜੇ 'ਤੇ ਕੰਸੈਪਚੁਅਲ ਹੁੰਦਾ, ਤੀਜੇ 'ਤੇ ਇੰਟਰਨਲ ਹੁੰਦਾ, ਚੌਥੇ 'ਤੇ ਫਿਜ਼ੀਕਲ ਲੈਵਲ ਹੋ ਸਕਦਾ। ਵੈਸੇ ਮੇਨ ਤਿੰਨ ਹੀ ਹੁੰਦੇ ਆ ਐਕਸਟਰਨਲ, ਕੰਸੈਪਚੁਅਲ ਅਤੇ ਇੰਟਰਨਲ ਵਿਊ। ਅੱਗੇ ਹੈਗਾ ਆਬਜੈਕਟਿਵ ਆਫ ਥ੍ਰੀ ਲੈਵਲ ਆਰਕੀਟੈਕਚਰ ਦਾ ਕੀ ਆਬਜੈਕਟਿਵਸ ਨੇ। ਆਬਜੈਕਟਿਵਸ ਹੁੰਦਾ ਇਹਦੇ ਕੀ ਉਦੇਸ਼ ਨੇ, ਠੀਕ ਹੈ, ਉਦੇਸ਼ ਕੀ ਨੇ ਇਹਦੇ, ਏਮ ਕੀ ਆ। ਮੇਕ ਦਾ ਇਨਵਾਇਰਮੈਂਟ ਸ਼ੌਕ ਪ੍ਰੂਫ ਅਗੇਂਸਟ ਚੇਂਜਸ ਡੈਟ ਅਕਰ ਇਨ ਦਾ ਰੀਅਲ ਵਰਲਡ। ਜਿਹੜੀਆਂ ਰੀਅਲ ਟਾਈਮ ਦੇ ਵਿੱਚ ਜੋ ਚੇਂਜਸ ਹੁੰਦੀਆਂ ਨੇ ਉਹਨਾਂ ਨੂੰ ਮਤਲਬ ਕਿ ਪ੍ਰੂਫ ਕਰਨਾ ਕਿ ਚੇਂਜਸ ਹੋਈਆਂ ਨੇ ਕਿ ਨਹੀਂ ਹੋਈਆਂ, ਉਹ ਵੀ ਅਸੀਂ ਇਹਦੇ ਅਕੋਰਡਿੰਗ ਹੀ ਸ਼ੋ ਕਰਾਂਗੇ। ਐਕਸਟਰਨਲ ਵਿਊ ਜਿਵੇਂ ਐਕਸਟਰਨਲ ਵਿਊ ਸ਼ੁੱਡ ਨਾਟ ਡਿਪੈਂਡ ਅਪੋਨ ਐਨੀ ਚੇਂਜਸ ਮੇਡ ਇਨ ਦਾ ਅਦਰ ਵਿਊਜ਼। ਜਿਹੜਾ ਐਕਸਟਰਨਲ ਵਿਊ ਆ ਜੇ ਉਹਦੇ ਵਿੱਚ ਚੇਂਜਸ ਜਿਹੜੀਆਂ ਹੈਗੀਆਂ ਨੇ ਉਹ ਕਦੇ ਵੀ ਦੂਸਰੇ ਵਿਊ 'ਚ ਜੇ ਚੇਂਜਸ ਹੋ ਰਹੀਆਂ ਤਾਂ ਡਿਪੈਂਡ ਨਹੀਂ ਕਰਨਗੀਆਂ, ਉਹ ਇੰਡੀਪੈਂਡੈਂਟ ਹੋਣਗੀਆਂ। ਫੋਰ ਐਗਜ਼ਾਮਪਲ ਚੇਂਜਸ ਇਨ ਹਾਰਡਵੇਅਰ ਆਪਰੇਟਿੰਗ ਸਿਸਟਮ ਡਸ ਨਾਟ ਇਫੈਕਟ ਦਾ ਯੂਜ਼ਰ ਵਿਊ। ਜੇ ਹੁਣ ਤੁਸੀਂ ਹਾਰਡਵੇਅਰ ਬਦਲਤੇ ਜਾਂ ਫਿਰ ਸੌਫਟਵੇਅਰ ਬਦਲਤੇ ਜਾਂ ਆਪਰੇਟਿੰਗ ਸਿਸਟਮ ਚੇਂਜ ਕਰਤਾ ਉਹਦੇ ਨਾਲ ਕੀ ਯੂਜ਼ਰ ਵਿਊ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ, ਉਹ ਚੇਂਜਸ ਤੁਸੀਂ ਇੰਟਰਨਲ ਲੈਵਲ 'ਤੇ ਕਰੀਆਂ ਏ। The user of the database should not be worry about physical implementation, internal working of the database such as data compression and encryption technique। ਜਿਹੜੇ ਯੂਜ਼ਰਸ ਹੁੰਦੇ ਜਿਹੜੇ ਕਿ ਯੂਜ਼ ਕਰਦੇ ਆ ਉਹਨਾਂ ਨੂੰ ਇੰਟਰਨਲੀ ਕੀ ਕੰਮ ਹੋ ਰਿਹਾ ਡਾਟਾਬੇਸ ਦੇ ਵਿੱਚ ਕਿਵੇਂ ਹੋ ਰਿਹਾ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ। ਨਾ ਹੀ ਜਿਵੇਂ ਫੋਰ ਐਗਜ਼ਾਮਪਲ ਕੀ ਹੈ ਡਾਟਾ ਕੰਪਰੈਸ਼ਨ ਹੋ ਰਿਹਾ, ਟੈਕਨੀਕਸ ਕਿਹੜੇ ਯੂਜ਼ ਕੀਤੀਆਂ ਜਾ ਰਹੀਆਂ ਨੇ ਡਾਟਾਬੇਸ ਦੇ ਵਿੱਚ ਕੰਮ ਕਰਨ ਦੇ ਲਈ, ਉਹਨਾਂ ਤੋਂ ਕੀ ਹੈ ਫਿਜ਼ੀਕਲੀ ਮਤਲਬ ਜਿਹੜੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਉਹਨਾਂ ਨੂੰ ਕੋਈ ਸਿਰਦਰਦੀ ਨਹੀਂ ਹੁੰਦੀ ਹੈਗੀ। ਆਲ ਯੂਜ਼ਰ ਸ਼ੁੱਡ ਬੀ ਏਬਲ ਟੂ ਐਕਸੈਸ ਦਾ ਸੇਮ ਡਾਟਾ ਅਕੋਰਡਿੰਗ ਟੂ ਰਿਕੁਆਇਰਮੈਂਟ ਆਫ ਈਚ ਯੂਜ਼ਰ। ਸਾਰੇ ਯੂਜ਼ਰ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਡਾਟਾ ਨੂੰ ਐਕਸੈਸ ਕਰ ਸਕਦੇ ਆ। ਜਿਹੜਾ DBA ਹੁੰਦਾ ਡਾਟਾਬੇਸ ਐਡਮਿਨਿਸਟ੍ਰੇਟਰ ਹੁੰਦਾ ਸ਼ੁੱਡ ਬੀ ਏਬਲ ਟੂ ਚੇਂਜ ਦਾ ਕੰਸੈਪਚੁਅਲ ਸਟਰਕਚਰ ਆਫ ਡਾਟਾਬੇਸ ਵਿਦਾਊਟ ਇਫੈਕਟਿੰਗ ਦਾ ਯੂਜ਼ਰਸ ਵਿਊ। ਯੂਜ਼ਰ ਦੇ ਵਿਊ ਨੂੰ ਇਫੈਕਟ ਕੀਤੇ ਬਿਨਾਂ ਵੀ ਉਹ ਕੰਸੈਪਚੁਅਲ ਸਟਰਕਚਰ ਦੇ ਵਿੱਚ ਚੇਂਜਸ ਕਰ ਸਕਦਾ ਗਾ। ਇੰਟਰਨਲ ਸਟਰਕਚਰ ਆਫ database should be unaffected by changes to physical aspect to the storage। ਜਿਹੜੀਆਂ ਫਿਜ਼ੀਕਲ ਮੈਮਰੀ ਜਾਂ ਫਿਜ਼ੀਕਲੀ ਲੈਵਲ ਦੇ ਉੱਪਰ ਜੋ ਚੇਂਜਸ ਹੁੰਦੀਆਂ ਨੇ ਉਹ ਅਨਅਫੈਕਟ ਕਰਦੀਆਂ ਨੇ, ਮਤਲਬ ਅਫੈਕਟ ਨਹੀਂ ਕਰਦੀਆਂ ਹੈਗੀਆਂ ਇੰਟਰਨਲ ਸਟਰਕਚਰ ਨੂੰ। ਸਿੰਪਲੀਫਾਈਜ਼ ਐਂਡ ਸਿਸਟਮੈਟਿਕ ਐਪਲੀਕੇਸ਼ਨਸ ਮੇਨਟੇਨੈਂਸ। ਜਿਹੜੀ ਐਪਲੀਕੇਸ਼ਨਸ ਮੇਨਟੇਨੈਂਸ ਹੁੰਦੀ ਆ ਉਹ ਸਿੰਪਲੀਫਾਈ ਹੁੰਦੀ ਹੈ ਅਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਉਹਨੂੰ ਕੀ ਕੀਤਾ ਜਾਂਦਾ ਮੇਨਟੇਨ ਕਰਕੇ ਰੱਖਿਆ ਜਾਂਦਾ। ਨੈਕਸਟ ਆਪਾਂ ਕਰਾਂਗੇ ਐਕਸਟਰਨਲ ਔਰ ਯੂਜ਼ਰ ਵਿਊ ਕੀ ਹੁੰਦਾ ਡਿਟੇਲ ਦੇ ਵਿੱਚ ਇਹਨਾਂ ਤਿੰਨਾਂ ਨੂੰ ਕਿਹੜੇ ਕਿਵੇਂ ਹੁੰਦੇ ਆ। ਥੈਂਕ ਯੂ ਸੋ ਮਚ।